ਉੱਚਾ। ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਗੁਰੂ ਦਾ ਪ੍ਰਸਾਦ ਹੈ, ਗੁਰੂ ਦਾ ਮੰਤਰ ਹੈ, ਗੁਰੂ ਦੀ ਮੱਤ ਹੈ, ਗੁਰੂ ਦਾ ਗਿਆਨ ਹੈ। ਤੇ ਉਹ ਸਾਰਾ ਗਿਆਨ ਏਕ ਓਂਕਾਰ ਜੋ ਸ੍ਰਿਸ਼ਟੀ ਦਾ ਮਾਲਕ ਹੈ, ਆ ਸੱਚ ਹੈ, ਜਗਾ ਸੱਚ ਹੈ ਵੀ ਸੱਚ ਵੀ ਹੈ, ਹੋਸੀ ਵੀ ਸੱਚ ਵੀ ਹੈ, ਉਸ ਦੇ ਬਾਰੇ ਗਿਆਨ ਦੇ ਰਿਹਾ। ਉਹਦੇ ਨਾਲ ਜੁੜਨ ਦਾ ਤਰੀਕਾ ਦੱਸ ਰਹੀ ਹੈ ਬਾਣੀ। ਜਿੱਥੋਂ ਮਰਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਗੁਰੂ ਸਾਹਿਬ ਨੇ ਇੱਕੋ ਹੀ ਕਿਹਾ ਭਾਈ ਉਹ ਉਸ ਪਰਮਾਤਮਾ ਤੋਂ ਵਿਛੜ ਕੇ ਤੁਸੀਂ ਸੁਖੀ ਹੋਵੋਗੇ, ਉਹਨੂੰ ਮਿਲ ਕੇ ਸੁਖੀ ਹੋਵਾਂਗੇ, ਉਹਨੂੰ ਵਿਛੜ ਕੇ ਦੁਖੀ ਹੋਵਾਂਗੇ। ਜੇ ਉਹਨੂੰ ਮਿਲ ਲਵਾਂਗੇ ਤਾਂ ਸੁਖੀ ਹੋ ਸਕਦੇ। ਉਸ ਨੂੰ ਮਿਲ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਜਿਹੜਾ ਸਾਨੂੰ ਸੁਖੀ ਰੱਖ ਸਕਦਾ ਹੋਵੇ। ਕੋਈ ਜਿੰਨਾ ਮਰਜ਼ੀ ਕੋਈ ਅਮੀਰ ਬਣ ਜਾਵੇ ਤਾਂ ਵੀ ਦੁਖੀ ਰਹੂਗਾ। ਉਸ ਪਰਮਾਤਮਾ ਨੂੰ ਮਨ 'ਚ ਵਸਾ ਕੇ ਹੀ ਸੁਖੀ ਹੋ ਸਕਦੇ ਆ, ਉਹਦੇ ਨਾਲ ਜੁੜ ਕੇ ਹੀ ਸੁਖੀ ਹੋ ਸਕਦੇ ਆ। ਇਹ ਸੰਸਾਰ ਦੁੱਖਾਂ ਦਾ ਘਰ ਹੈ, ਪਰ ਇੱਕੋ ਤਰੀਕਾ ਹੈ ਜਿਹੜਾ ਆਦਮੀ ਗੁਰਬਾਣੀ ਸਮਝ ਕੇ ਏਕ ਓਂਕਾਰ ਦੇ ਨਾਲ ਅੰਦਰੋਂ ਪਿਆਰ ਪਾ ਲੂ, ਉਹਦੇ ਨਾਲ ਜੁੜ ਜਾਊਗਾ, ਉਹ ਸੁਖੀ ਆ, ਬਾਕੀ ਸਭ ਦੁਖੀ ਹੈ। ਸੋ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਕੀ ਕੁਛ ਲਿਖਿਆ ਹੈ ਸਾਨੂੰ ਪਤਾ ਨਹੀਂ। ਟੋਟਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਹੈ। 30 ਰਾਗਾਂ ਦੀ ਬਾਣੀ ਪੰਜਵੇਂ ਪਾਤਸ਼ਾਹ ਜੀ ਨੇ ਪਾਈ ਸੀਗੀ। ਆਦਿ ਗੁਰੂ ਗ੍ਰੰਥ ਸਾਹਿਬ ਬਣਾਇਆ ਸੀਗਾ 1604 ਈਸਵੀ ਦੇ ਵਿੱਚ। 31ਵਾਂ ਰਾਗ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ, ਜੋ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਵਿੱਚ ਦਰਜ ਕਰਕੇ ਪੂਰਾ ਗੁਰੂ ਦਾ ਰੁਤਬਾ ਦਿੱਤਾ। ਜਿੰਨਾ ਚਿਰ 31 ਰਾਗ ਨਹੀਂ ਹੋਏ ਸੀਗੇ, 31 ਰਾਗਾਂ ਦੀ ਬਾਣੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ, ਉਹਦਾ ਚਿਰ ਗੁਰੂ ਦਾ ਦਰਜਾ ਨਹੀਂ ਮਿਲਿਆ। ਗੁਰੂ ਦਾ ਦਰਜਾ ਕਦੋਂ ਮਿਲਿਆ? ਜਦੋਂ ਪੂਰਾ ਗਿਆਨ ਆ ਜਾਂਦਾ, ਸਾਰਾ ਕੰਪਲੀਟ ਗਿਆਨ ਹੋ ਜਾਂਦਾ ਵਿੱਚ। 31 ਦੇ 31 ਰਾਗ ਹੋ ਜਾਂਦੇ। ਸੋ ਸਾਧ ਸੰਗਤ ਜੀ, ਪਰ ਪਹਿਲਾ ਰਾਗ ਹੈ ਸ਼੍ਰੀ ਰਾਗ, ਜੋ 14 ਅੰਗ ਤੋਂ ਸ਼ੁਰੂ ਹੁੰਦਾ ਹੈ। ਅੱਜ ਆਪਾਂ ਉਸ ਕਿਰਪਾ ਪਰਮਾਤਮਾ ਦੀ ਕਿਰਪਾ ਦੇ ਨਾਲ ਸ਼੍ਰੀ ਰਾਗ ਦੀ ਬਾਣੀ ਨੂੰ ਸ਼ੁਰੂ ਕਰਨਾ ਹੈ। ਸ਼੍ਰੀ ਰਾਗ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ ਇਹ ਸਮਝਣਾ। ਕੋਈ ਵੀ ਰਾਗ ਹੈ, ਪਹਿਲਾਂ ਉਹਦੇ 'ਚ ਪਹਿਲੇ ਪਾਤਸ਼ਾਹ ਦੀ ਬਾਣੀ ਆਉਂਦੀ ਹੈ, ਫਿਰ ਦੂਜੇ, ਤੀਜੇ, ਚੌਥੇ, ਪੰਜਵੇਂ ਤੇ 9ਵੇਂ ਪਾਤਸ਼ਾਹ ਦੀ ਬਾਣੀ ਇਸ ਤਰ੍ਹਾਂ ਆਉਂਦੀ ਹੈ, ਫਿਰ ਭਗਤਾਂ ਦੀ ਬਾਣੀ ਆਉਂਦੀ ਹੈ। ਸੋ ਸਾਧ ਸੰਗਤ ਜੀ, ਆਓ ਅਰਦਾਸ ਕਰੀਏ ਕਿ ਸਾਨੂੰ ਇਹ ਬਾਣੀ ਪੜ੍ਹਨੀ ਆ ਜਾਵੇ, ਸਮਝਣੀ ਆ ਜਾਵੇ, ਕਮਾਉਣੀ ਆ ਜਾਵੇ। ਹੇ ਅਕਾਲ ਪੁਰਖ ਏਕ ਓਂਕਾਰ, ਮਿਹਰ ਕਰੋ
ਕਿਰਪਾ ਕਰੋ ਸਾਡੇ ਤੇ ਕਿ ਸਾਨੂੰ ਬਾਣੀ ਪੜ੍ਹਨੀ ਵੀ ਆ ਜਾਵੇ, ਪੂਰੀ ਸਮਝ ਆ ਜਾਏ ਤੇ ਬਾਣੀ ਨੂੰ ਕਮਾਉਣਾ ਵੀ ਆ ਜਾਵੇ। ਸ਼੍ਰੀ ਰਾਗ ਦੀ ਬਾਣੀ ਜੋ ਸਾਨੂੰ ਕਹੇ ਉਹੀ ਕਰੀਏ। ਸੋ ਸਾਧ ਸੰਗਤ ਜੀ, ਆਓ ਗੁਰੂ ਦਾ ਰਾਗ ਦੀ ਬਾਣੀ ਸ਼ੁਰੂ ਕਰੀਏ। ਸ਼੍ਰੀ ਰਾਗ ਦੀ ਬਾਣੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਸ਼੍ਰੀ ਰਾਗ ਮਹੱਲਾ ਪਹਿਲਾ। ਪਹਿਲਾ ਘਰ ਪਹਿਲਾ। ਮੋਤੀ ਤੈ ਮੰਦਰ ਉਸਰੇ, ਰਤਨੀ ਤੇ ਹੋਏ ਜੜਾਓ। ਕਸਤੂਰ ਕੰਗੂ ਅਗਰ ਚੰਦਨ ਲੀਪ, ਆਵੇ ਚਾਓ। ਮਤ ਦੇਖਾਂ ਭੂਲਾ ਵਿਸਰੇ, ਤੇਰਾ ਚਿਤ ਨਾ ਆਵੇ ਨਾਉ। ਹਰ ਬਿਨ ਜਿਉ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ। ਅਵਰ ਨਾਹੀ ਠਾਉ ਰਹਾਉ। ਪਹਿਲਾ ਪਦਾ ਤੇ ਰਹਾਉ ਅਸੀਂ ਕੀਤਾ ਹੈ, ਪਰ ਗੁਰੂ ਸਾਹਿਬ ਨੇ ਪਹਿਲਾਂ ਕੀ ਕੀਤਾ? ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਇੱਕ ਓਂਕਾਰ ਦੀ ਗੱਲ ਕਰਦਾ ਹੈ, ਪਰ ਇੱਕ ਓਂਕਾਰ ਕੀ ਹੈ? ਸਾਰੇ ਬ੍ਰਹਮੰਡ ਨੂੰ ਬਣਾਉਣ ਵਾਲਾ ਪਰਮਾਤਮਾ ਦਾ ਆਪ ਦਾ ਵੀ ਆਦ ਅੰਤ ਨਹੀਂ ਹੈ, ਤੇ ਉਹਦੇ ਬਣਾਏ ਬ੍ਰਹਮੰਡ ਦਾ ਵੀ ਆਦ ਅੰਤ ਨਹੀਂ ਹੈ। ਪਤਾ ਹੀ ਨਹੀਂ ਕਿੰਨਾ ਕੁ ਵੱਡਾ ਬ੍ਰਹਮੰਡ ਉਹਨੇ ਬਣਾ ਦਿੱਤਾ। ਕਿੰਨੇ ਉਹਦੇ 'ਚ ਸੂਰਜ ਹੈ, ਕਿੰਨੇ ਸੂਰਜ ਮੰਡਲ ਹੈ, ਕਿੰਨੀਆਂ ਧਰਤੀਆਂ, ਕਿੰਨੇ ਜੀਅ ਜੰਤ ਹੈ, ਕੋਈ ਅੰਤ ਨਹੀਂ ਪਾ ਸਕਦਾ। ਪਰ ਸਤਿਗੁਰ ਪ੍ਰਸਾਦ ਦੇ ਰਾਹੀਂ ਉਹਨੂੰ ਮਨ 'ਚ ਜ਼ਰੂਰ ਵਸਾ ਸਕਦੇ ਹੈ, ਪਰ ਅੰਤ ਨਹੀਂ ਉਹਦਾ ਪਾ ਸਕਦੇ। ਰਾਗ ਦਾ ਨਾਂ ਹੈ ਸ਼੍ਰੀ ਰਾਗ। ਮਹੱਲਾ ਪਹਿਲਾ ਮਤਲਬ ਪਹਿਲੇ ਪਾਤਸ਼ਾਹੀ ਦੀ ਬਾਣੀ, ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਘਰ ਪਹਿਲਾ ਜੇ ਇਹਨੂੰ ਧੁਨਾਂ ਦੇ ਵਿੱਚ ਗਾਉਣਾ ਤਾਂ ਪਹਿਲੀ ਧੁਨ 'ਚ ਗਾਇਆ ਜਾਂਦਾ ਹੈ। ਇਹ ਤਬਲੇ ਦੀਆਂ ਧੁਨਾਂ ਹੁੰਦੀਆਂ, ਘਰ ਹੁੰਦੇ ਹੈ। ਪਹਿਲੇ ਘਰ 'ਚ ਗੁਰੂ ਸਾਹਿਬ ਕਹਿੰਦੇ ਗਾ ਲਓ, ਜੇ ਤੁਸੀਂ ਇਹਨੂੰ ਮਿਊਜ਼ਿਕ 'ਤੇ ਗਾਉਣਾ ਚਾਹੁੰਦੇ ਆ ਤਾਂ। ਪਰ ਗੁਰੂ ਸਾਹਿਬ ਫਿਰ ਕੀ ਕਹਿੰਦੇ? ਕਹਿੰਦੇ ਭਾਵੇਂ ਮੈਨੂੰ ਜਿੰਨਾ ਮਰਜ਼ੀ ਅਮੀਰ ਬਣ ਜਾਵਾਂ, ਦੁਨੀਆ ਦਾ 1 ਨੰਬਰ ਦਾ ਅਮੀਰ ਹੋਵਾਂ, ਪਰ ਤੈਥੋਂ ਨਾ ਭੁੱਲ ਜਾਵਾਂ ਮੈਂ, ਤੈਨੂੰ ਨਾ ਭੁੱਲ ਜਾਵਾਂ ਮੈਂ। ਇਹ ਮਿਹਰ ਕਰਦੇ ਮੇਰੇ ਤੇ। ਰਹਾਉ ਦੇ ਵਿੱਚ ਗੁਰੂ ਸਾਹਿਬ ਨੇ ਕਹਿੰਦੇ, ਮੈਂ ਜਦੋਂ ਗੁਰੂ ਨੂੰ ਪੁੱਛਿਆ, ਬਾਣੀ ਨੂੰ ਸਮਝ ਆਈ, ਜਦੋਂ ਮੈਨੂੰ ਗੁਰੂ ਨੇ ਕੀ ਕਿਹਾ, ਗੁਰਬਾਣੀ ਨੇ ਕੀ ਕਿਹਾ ਸਾਨੂੰ? ਹਰ ਬਿਨ ਜਿਉ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ। ਅਵਰ ਨਾਹੀ ਠਾਉ। ਬਾਣੀ ਪੜ੍ਹ ਕੇ ਹੀ ਸਮਝ ਆਉਂਦੀ ਹੈ ਕਿ ਵਾਕਿਆ ਹੀ ਪਰਮਾਤਮਾ ਨਾਲੋਂ ਵਿਛੜ ਕੇ ਤਾਂ ਅਮੀਰ ਤੋਂ ਅਮੀਰ ਵੀ ਦੁਖੀ ਰਹਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਦਾ ਰਹਿੰਦਾ ਹੈ। ਕਹਿੰਦੇ ਮੈਨੂੰ ਨਹੀਂ ਪਤਾ ਸੀ, ਪਰ ਮੈਂ ਗੁਰੂ ਨੂੰ ਪੁੱਛਿਆ, ਜਦ ਬਾਣੀ ਸਮਝੀ ਤਾਂ ਪਤਾ ਲੱਗਿਆ। ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਵੇ ਕੋਈ, ਤਾਂ ਵੀ ਦੁਖੀ ਰਹਿੰਦਾ। ਹਰ ਬਿਨ ਜੀਓ ਜਲ ਬਲ ਜਾਉ। ਕਹਿੰਦੇ ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪਰਮਾਤਮਾ ਤੋਂ ਵਿਛੜ ਕੇ ਬੰਦਾ ਦੁਖੀ ਹੁੰਦਾ, ਸੜ ਬੜ ਜਾਂਦਾ ਹੈ? ਕਹਿੰਦੇ ਮੈਂ ਉਹਦੇ ਗੁਰੂ ਨੂੰ ਪੁੱਛਿਆ, ਬਾਣੀ ਰਾਹੀਂ ਮੈਨੂੰ ਗਿਆਨ ਆਇਆ।
ਅਵਰ ਨਾਈ ਠਾਉ, ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਅਸੀਂ ਸੁਖੀ ਹੋ ਸਕੀਏ। ਭਾਵੇਂ ਸਾਡਾ ਘਰ ਸੋਨੇ ਦਾ ਬਣ ਜਾਵੇ, ਸੋਨੇ ਦੀਆਂ ਕੰਧਾਂ ਹੋਣ, ਉੱਤੇ ਮੋਤੀ ਲੱਗੇ ਹੋਣ, ਮੰਦਰ ਬਣਿਆ ਹੋਵੇ, ਘਰ ਬਣਿਆ ਹੋਵੇ ਸਾਡਾ, ਇੰਨੇ ਵੱਡੀਆਂ ਸਾਡੀਆਂ ਕੋਠੀਆਂ ਹੋਣ, ਘਰ ਹੋਣ, ਇੱਟਾਂ ਦੀ ਬਜਾਏ ਉੱਥੇ ਸੋਨੇ ਦੀਆਂ ਇੱਟਾਂ ਲੱਗੀਆਂ ਹੋਣ, ਉੱਤੇ ਮੋਤੀ ਹੀਰੇ ਲੱਗੇ ਹੋਣ, ਰਤਨਾਂ ਨਾਲ ਜੜੀਆਂ ਹੋਣ, ਕਸਤੂਰ ਕੰਗੂ ਅਗਰ ਚੰਦਨ ਲੀਪ ਹੋਵੇ। ਕਹਿੰਦੇ ਉਹਨਾਂ ਵੱਡੇ ਘਰਾਂ ਦੇ ਵਿੱਚ ਕਸਤੂਰੀ, ਕੇਸਰ ਆਦਿ ਚੰਦਨ ਦੀ ਲਿਪਾਈ ਹੋਈ ਹੋਵੇ, ਚੰਦਨ ਦੀ ਲੱਕੜੀ ਲੱਗੀ ਹੋਵੇ, ਵੁੱਡ ਵਰਕ ਹੋਇਆ ਹੋਵੇ ਉਹਦਾ, ਆਵੇ ਚਾਓ, ਮੈਨੂੰ ਐਂ ਹੋਵੇ ਮੈਂ ਬਹੁਤ ਅਮੀਰ ਹਾਂ, ਮੇਰਾ ਬੜਾ ਵੱਡਾ ਘਰ ਹੈ, ਬਹੁਤ ਅਮੀਰ ਹੈ। ਪਰ ਗੁਰੂ ਦਾ ਸਿੱਖ ਕਹਿੰਦਾ ਨਹੀਂ ਭਾਈ, ਮੈਨੂੰ ਐਡਾ ਵੱਡਾ ਕਰ ਦਿੱਤਾ, ਇੰਨਾ ਅਮੀਰ ਬਣਾਤਾ, ਇਹਦੇ ਨਾਲ ਨਹੀਂ ਸਰਦਾ ਮੈਨੂੰ। ਮਤ ਦੇਖ ਭੁੱਲਾਂ ਵਿਸਰਾਂ ਕਿਤੇ, ਮੈਨੂੰ ਆ ਦੁਨੀਆ ਦੀ ਅਮੀਰੀ ਦੇ ਕੇ ਕਿਤੇ ਆਪਦੇ ਨਾਲ ਨਾ ਤੋੜ ਦੇਈ। ਮੈਂ ਇਸ ਨਾਲ ਤਾਂ ਗਰੀਬ ਹੀ ਚੰਗਾ, ਮੈਂ ਇਸ ਨਾਲ ਤਾਂ ਮੈਨੂੰ ਚੌਪੜੀ ਦੇ ਦੇ। ਪਰ ਮਤ ਦੇਖ ਭੁੱਲਾਂ ਵਿਸਰਾ, ਵਿਸਰੇ ਚੀਤ ਨਾ ਆਵੇ ਤੇਰਾ ਨਾਮ। ਗੁਰੂ ਸਾਹਿਬ ਕਹਿੰਦੇ ਅਮੀਰੀ ਕੋਈ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਇਹ ਅਮੀਰੀ ਪਰਮਾਤਮਾ ਨੂੰ ਭੁਲਾ ਦਿੰਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਪਤਾ ਲੱਗ ਜਾਂਦਾ ਵੀ ਮੈਂ ਇਸ ਅਮੀਰੀ ਦੇ ਵਿੱਚ ਚਲਾ ਕੇ ਕਿਤੇ ਤੈਨੂੰ ਹੀ ਭੁੱਲ ਜਾਵਾਂ, ਇਹਨਾਂ ਨੂੰ ਵੇਖਦਾ ਹੀ ਰਹਿ ਜਾਵਾਂ। ਇਸ ਅਮੀਰੀ ਦੇ ਵਿੱਚ ਤੁਰਿਆ ਫਿਰਾਂ, ਤੂੰ ਮੇਰੇ ਚੇਤੇ ਨਾ ਹੋਵੇ, ਇਹ ਨਾ ਹੋਵੇ। ਜੇ ਤੂੰ ਮੇਰੇ ਚੇਤੇ ਨਹੀਂ ਹੈ ਤਾਂ ਕੀ ਹੈ, ਇਹ ਵਿਅਰਥ ਹੈ ਮੇਰੇ ਵਾਸਤੇ। ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। 10ਵੇਂ ਪਾਤਸ਼ਾਹ ਨੇ ਵੀ ਕਿਹਾ ਸੀ, ਇਹਦਾ ਜੇ ਤੂੰ ਨਹੀਂ ਹੈ, ਭਾਵੇਂ ਮੈਂ ਮਹਿਲਾਂ 'ਚ ਪਾ ਦੇ, ਰਜ਼ਾਈਆਂ ਦੇ ਦੇ, ਜੇ ਤੂੰ ਭੁੱਲਿਆ ਤਾਂ ਨਾਗਾਂ ਦੇ ਵਿੱਚ ਹੀ ਰਹਿ ਰਿਹਾ ਮੈਂ, ਨਾਗਾਂ ਦੇ ਘਰ 'ਚ ਹੀ ਸੁੱਤਾ ਪਿਆ ਮੈਂ। ਜੇ ਤੂੰ ਹੈ ਫਿਰ ਮੈਨੂੰ 70 ਵੀ ਵਧੀਆ, ਯਾਰ ਡੇ ਦਾ ਮੈਨੂੰ 70 ਚੰਗਾ। ਇੱਥੇ ਹੀ ਗੁਰੂ ਸਿੱਖੀ ਬੜੀ ਵੱਖਰੀ ਹੈ। ਗੁਰੂ ਦਾ ਸਿੱਖ ਕੇਵਲ ਤੇ ਕੇਵਲ ਉਹਦਾ ਨਾਮ ਮੰਗਦਾ, ਹੋਰ ਕੁਛ ਨਹੀਂ ਮੰਗਦਾ। ਹੁਣ ਕੀ ਹੈ, ਗੁਰੂ ਸਾਹਿਬ ਕਹਿੰਦੇ ਅਮੀਰ ਰਹੋ, ਵਧੀਆ ਅਮੀਰ ਹੈ, ਪਰ ਨਾਲ ਨਾਮ ਜ਼ਰੂਰ ਹੋਣਾ ਚਾਹੀਦਾ, ਨਾਮ ਨਾ ਭੁੱਲ ਜਾਇਓ। ਇਹ ਅਮੀਰੀ ਤਾਂ ਕੁਛ ਦਿਨਾਂ ਦੀ ਹੈ। ਇਹ ਮਹਿਲ ਮਾੜੀਆਂ, ਜ਼ਮੀਨਾਂ ਜਾਇਦਾਦਾਂ, ਕਾਰਖਾਨੇ ਛੱਡ ਕੇ ਜਾਣਾ ਹੈ, ਉਦੋਂ ਕੀ ਹੋਊਗਾ। ਤਾਂ ਗੁਰੂ ਸਾਹਿਬ ਨੇ ਬੜੀ ਵੱਡੀ ਉਦਾਹਰਨ ਦਿੱਤੀ ਹੈ। ਕਹਿੰਦੇ ਭਾਵੇਂ ਇੰਨਾ ਤੁਹਾਡੇ ਕੋਲ ਪੈਸਾ ਆ ਜਾਏ, ਪਰ ਨਾਮ ਨਾ ਭੁੱਲ ਜਾਇਓ। ਪਰਮਾਤਮਾ ਤੋਂ ਨਾਮ ਮੰਗਣਾ ਨਾ ਭੁੱਲਿਓ, ਨਾਮ ਮੰਗਦੇ ਰਹੋ। ਤੇ ਗੁਰੂ ਦਾ ਸਿੱਖ ਫਿਰ ਕੀ ਕਹਿੰਦਾ, ਮਤ ਦੇਖ ਭੁੱਲਾ ਵਿਸਰੇ ਤੇਰਾ ਨਾਮ, ਚੀਤ ਨਾ ਆਵੇ ਤੇਰਾ ਨਾਮ। ਗੁਰੂ ਦਾ ਸਿੱਖ ਕਹਿੰਦਾ ਅਮੀਰੀ ਦੇਣੀ ਹੈ ਦੇ, ਨਹੀਂ ਦੇਣੀ ਨਾ ਦੇ। ਪਰ ਜੇ ਅਮੀਰੀ ਦੇਣੀ ਹੈ ਤਾਂ ਨਾਲ ਤੇਰਾ ਨਾਮ ਨੂੰ ਨਾ ਮੈਂ ਭੁੱਲ ਜਾਵਾਂ। ਇਹ ਨਾ ਹੋਵੇ ਤੂੰ ਨਾ ਚਿੱਤੇ ਆਵੇਂ, ਉਦੋਂ ਤਾਂ ਫਿਰ ਮੈਨੂੰ ਨਾ ਹੀ ਦੇ ਦੂ, ਤਾਂ ਟੁੱਟੀ ਝੋਪੜੀ ਚੰਗੀ ਹੈ ਮੇਰੇ ਵਾਸਤੇ। ਕਿਉਂਕਿ ਮੈਨੂੰ ਗੁਰੂ ਨੇ ਸਮਝਾ ਦਿੱਤਾ। ਮੇਰਾ ਗੁਰੂ ਕੀ ਕਹਿੰਦਾ, ਧਨ ਜਾਂਦਾ ਤਾਂ ਜਾਣ ਦੇ, ਜੇ ਰਾਚੇ ਰੰਗ ਏਕ। ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹ ਸਮਝਾਉਂਦੇ ਆਪਦੇ ਸਿੱਖ ਨੂੰ। ਕਹਿੰਦੇ ਧਨ ਤਾਂ ਤੂੰ ਛੱਡ ਕੇ ਜਾਣਾ ਹੀ, ਅੱਜ ਨਹੀਂ ਤਾਂ ਸਵੇਰੇ, ਪਰ ਇੱਕ ਦਾ ਰੰਗ ਹੈ ਜਿਹੜਾ ਉਹ ਹਮੇਸ਼ਾ ਰਹਿੰਦਾ, ਉਹ ਸੁੱਖਾਂ ਦਾ ਘਰ ਹੈ। ਸਭ ਤੋਂ ਸੁੱਖਾਂ ਦਾ ਘਰ ਕੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੇ ਮਟਾਓ।
ਇਸ ਦੁਨੀਆ 'ਚ ਨਾ ਗਰੀਬ ਸੁਖੀ ਰਹਿੰਦਾ ਤੇ ਨਾ ਹੀ ਅਮੀਰ। ਕੇਵਲ ਇੱਕੋ ਆਦਮੀ ਸੁਖੀ ਹੋ ਸਕਦਾ ਜਿਹੜਾ ਪੂਰੇ ਗੁਰੂ ਦੀ ਸਿੱਖਿਆ ਲੈ ਕੇ ਏਕ ਓਂਕਾਰ ਦਾ ਨਾਮ ਜਪਣਾ ਸਿੱਖ ਲੈਂਦਾ, ਉਹਦੇ ਨਾਲ ਪਿਆਰ ਪਾ ਲੈਂਦਾ। ਉਹ ਚਾਹੇ ਅਮੀਰ ਹੈ ਤੇ ਭਾਵੇਂ ਗਰੀਬ ਆ, ਉਹ ਸੁਖੀ ਹੋ ਸਕਦਾ ਹੈ। ਬਾਕੀ ਤਾਂ ਸਾਰੇ ਦੁਖੀ ਹੈ। ਵੱਡੇ ਵੱਡੇ ਜੋ ਦਿਸੇ ਲੋਕ ਤਿਨਕੋ ਵਿਆਪੈ ਚਿੰਤਾ ਰੋਗ। ਗੁਰੂ ਸਾਹਿਬ ਕਹਿੰਦੇ ਦੇਖਿਓ ਕਿਤੇ ਆ ਦੁਨੀਆ ਦੀ ਅਮੀਰੀ 'ਚ ਕਿਤੇ ਉਹ ਨਾ ਭੁੱਲ ਜਾਏ। ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਭੁੱਲਦਾ, ਚਾਹੇ ਜਿੰਨਾ ਮਰਜ਼ੀ ਅਮੀਰ ਬਣ ਜਾਵੇ। ਫਿਰ ਗੁਰੂ ਸਾਹਿਬ ਹੋਰ ਅਮੀਰੀ ਦੀ ਗੱਲ ਕਰਦੇ ਆ। ਕਹਿੰਦੇ ਕਾਸੇ ਤਰ੍ਹਾਂ ਦੀ ਅਮੀਰੀ ਆ ਜਾਵੇ ਤੁਹਾਡੇ ਕੋਲ, ਤੂੰ ਦੁਨੀਆ ਦਾ ਰਾਜਾ ਵੀ ਬਣ ਜਾਏ, ਦੇਸ਼ ਦਾ ਰਾਜਾ ਵੀ ਬਣ ਜਾਏ, ਤਾਂ ਵੀ ਉਹਨੂੰ ਨਾ ਭੁੱਲੀ। ਫਿਰ ਕਹਿੰਦੇ ਧਰਤੀ ਤੈ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਨੀ ਮੁਖ ਮਨੀ ਸੋਹੇ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚੀਤ ਨਾ ਆਵੇ ਨਾ। ਕਹਿੰਦੇ ਹੋਰ ਭਾਵੇਂ ਮੈਨੂੰ ਸਾਰੀ ਧਰਤੀ ਮੈਨੂੰ ਦੇ ਦੇ। ਦੇਖ ਲਓ ਗੁਰੂ ਦਾ ਸਿੱਖ ਦਾ ਕੀ ਆਦਾ, ਮੈਨੂੰ ਭਾਵੇਂ ਧਰਤੀ ਦੇ ਦੇ ਤੇ ਉੱਤੇ ਕੱਲੀ ਧਰਤੀ ਨਹੀਂ ਹੀਰਿਆਂ ਨਾਲ ਜੜੀ ਹੋਵੇ, ਸੋਨੇ ਦੀ ਬਣ ਜਾਵੇ। ਇਹ ਸਾਰੀ ਧਰਤੀ ਵੀ ਮੇਰੀ ਹੋ ਜਾਵੇ। ਅੱਜ ਤਾਂ ਮਿੱਟੀ ਦੀ ਧਰਤੀ ਹੈ ਤੇ ਹੀਰੇ ਵਿੱਚ ਜੁੜੇ ਹੋਣ, ਤੇ ਮੇਰੇ ਸੌਣ ਵਾਸਤੇ ਬੜੇ ਲਾਲ ਪਲੰਗ ਜੜੇ ਹੋਣ। ਸਮਝ ਲਓ ਬਹੁਤ ਵੱਡਾ ਅਮੀਰ, ਦੁਨੀਆ ਦਾ 1 ਨੰਬਰ ਦਾ ਅਮੀਰ ਬਣ ਜਾਵਾਂ ਮੈਂ। ਮੋਹਣੀ ਮੁਖ ਮਨੀ ਸੋਹੇ, ਮੇਰੇ ਵਾਸਤੇ ਸੁੰਦਰ ਇਸਤਰੀਆਂ ਹੋਣ, ਰਾਜਾ ਬਣ ਜਾਵਾਂ, ਰਾਣੀਆਂ ਆ ਜਾਣ, ਜਿਨ੍ਹਾਂ ਦੇ ਮੱਥੇ ਉੱਤੇ ਮਣੀ ਸੋਭ ਰਹੀ ਹੋਵੇ, ਦੁਨੀਆ ਦੀਆਂ ਸੋਹਣੀਆਂ ਇਸਤਰੀਆਂ ਮੇਰੇ ਵਾਸਤੇ ਆ ਜਾਣ, ਪੈਸਾ ਵੀ ਇੰਨਾ ਆ ਜਾਵੇ, ਉੱਪਰੋਂ ਇਸਤਰੀਆਂ ਵੀ ਸੋਹਣੀਆਂ ਤੋਂ ਸੋਹਣੀਆਂ ਮੇਰੇ ਕੋਲ ਆ ਜਾਣ। ਤੇ ਕਹਿੰਦੇ ਮਤ ਦੇਖ ਭੂਲਾਂ ਵਿਸਰੇ, ਕਹਿੰਦੇ ਹੇ ਮਾਲਕ ਦੇਖੀ ਕਿਤੇ ਮੈਨੂੰ ਇਹਨਾਂ 'ਚ ਨਾ ਲਿਜਾ ਦੇ, ਬਚਾ ਦੇ ਇਹਨਾਂ ਤੋਂ। ਇੱਥੇ ਨਹੀਂ ਕਿਹਾ ਵੀ ਨਾ ਦੇ, ਕਹਿੰਦੇ ਦੇ ਦੇ ਪਰ ਤੇਰਾ ਨਾਂ ਨਾ ਭੁੱਲਾਂ, ਫਸਟ ਪ੍ਰੈਫਰੈਂਸ ਤੇਰੀ ਹੈ ਮੈਨੂੰ। ਇਹ ਇੰਨੇ ਸੁੰਦਰ ਹੀਰੇ ਮੋਤੀ ਸਾਰੀ ਧਰਤੀ ਨੂੰ ਵੇਖ ਕੇ, ਜ਼ਮੀਨਾਂ ਜਾਇਦਾਦਾਂ ਨੂੰ ਵੇਖ ਕੇ, ਸੋਹਣੀ ਇਸਤਰੀਆਂ 'ਚ ਹੀ ਨਾ ਫਸ ਜਾਵਾਂ ਮੈਂ, ਤੂੰ ਨਾ ਭੁੱਲ ਜਾਵੇਂ। ਜੇ ਤੂੰ ਭੁੱਲਣਾ ਤੇ ਲੈ ਜਾ, ਇਹ ਮੈਨੂੰ ਨਹੀਂ ਚਾਹੀਦੇ, ਪਰ ਤੂੰ ਨਾਲ ਹੋਣਾ ਚਾਹੀਦਾ। ਫਿਰ ਭਾਵੇਂ ਜੋ ਮਰਜ਼ੀ ਦੇ ਦੇ, ਇਹਨਾਂ ਨੂੰ ਦੇਖ ਕੇ ਮੈਂ ਤੈਨੂੰ ਨਾ ਭੁੱਲ ਜਾਵਾਂ। ਤੇਰੇ ਇਹ ਨਾ ਹੋਵੇ ਕਿ ਤੂੰ ਮੇਰੇ ਚਿੱਤ 'ਚ ਹੀ ਨਾ ਆਵੇਂ ਤੇ ਕਦੇ ਆਹੀ ਮੇਰੇ ਜ਼ਮੀਨਾਂ ਜਾਇਦਾਦਾਂ ਹੀ ਯਾਦ ਰਹਿ ਜਾਣ, ਸੋਹਣੀਆਂ ਇਸਤਰੀਆਂ 'ਚ ਹੀ ਉਲਝ ਕੇ ਰਹਿ ਜਾਵਾਂ, ਤੂੰ ਮੇਰੇ ਚੇਤੇ ਤੋਂ ਬਾਹਰ ਹੋ ਜਾਵੇਂ। ਇਹ ਨਾ ਕਰ, ਇਦੋਂ ਤਾਂ ਫਿਰ ਲੈ ਲਾ ਇਹਨਾਂ ਨੂੰ ਵਾਪਸ। ਪਰ ਇਹ ਮਾੜੀ ਮੋਟੀ ਗੱਲ ਨਹੀਂ ਹੈ ਬਈ ਕਹਿ ਦੇ ਅਮੀਰੀ ਨਹੀਂ ਚਾਹੀਦੀ ਮੈਨੂੰ, ਤੂੰ ਚਾਹੀਦਾ। ਇਹਦਾ ਪਰ ਪੂਰਾ ਗੁਰੂ ਦਿਖਾਉਂਦਾ ਹੈ। ਗੁਰੂ ਨੂੰ ਪੁੱਛ ਕੇ ਪਤਾ ਲੱਗਦਾ ਭਾਈ ਤੇਰੇ ਕੰਮ ਦੀ ਕੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿੰਦੇ, ਸਾਡੇ ਵਾਸਤੇ ਇਕੱਲਾ ਨਾਮ ਹੀ ਚੱਜ ਦੀ ਚੀਜ਼ ਹੈ, ਬਾਕੀ ਸਭ ਬੇਕਾਰ ਹੈ। ਫਿਰ ਅੱਗੇ ਤੀਸਰੇ ਪਦ 'ਚ ਹੋਰ ਕਹਿੰਦੇ, ਇਹ ਤਾਂ ਅਮੀਰੀ ਦੀ ਗੱਲ ਕੀਤੀ, ਕਹਿੰਦੇ ਹੋਰ ਮੈਨੂੰ ਅਧਿਆਤਮਿਕ ਪਾਵਰਾਂ ਆ ਜਾਣ, ਰਿੱਧੀਆਂ ਸਿੱਧੀਆਂ ਆ ਜਾਣ ਮੇਰੇ ਕੋਲੇ, ਇੰਨੇ ਹੋਏ ਅਸਮਾਨ 'ਚ ਉੱਡ ਕੇ ਚਲਾ ਜਾਵਾਂ। ਕਹਿੰਦੇ ਉਹ ਵੀ ਨਹੀਂ ਚਾਹੀਦੀਆਂ ਮੈਨੂੰ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਪ੍ਰਗਟ ਗੁਰ ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੇ ਭਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚੀਤ ਨਾ ਆਵੇ ਨਾ। ਹੁਣ ਲਾਸਟ ਵਾਲੀ ਲਾਈਨ ਸੇਮ ਆ ਰਹੀ ਹੈ, ਪਰ ਉੱਪਰ ਕੀ ਕਹਿੰਦੇ, ਮੈਂ ਐਡਾ ਵੱਡਾ ਸਿੱਧ ਹੋ ਜਾਵਾਂ,
ਰਿਧੀਆਂ ਸਿੱਧੀਆਂ ਆ ਜਾਣ ਮੇਰੇ ਕੋਲੇ, ਸਭ ਤੋਂ ਇੱਕ ਨੰਬਰ ਦਾ ਮੈਂ ਰਿਧੀਆਂ ਸਿੱਧੀਆਂ ਦਾ ਯੋਗੀ ਬਣ ਜਾਵਾਂ, ਇੰਨੀ ਤਾਕਤ ਆ ਜਾਵੇ, ਯੋਗ ਪ੍ਰਾਪਤ ਕਰ ਲਵਾਂ। ਜੇ ਮੈਨੂੰ ਕੋਈ ਇੱਥੋਂ ਬੈਠੇ ਨੂੰ ਅਮਰੀਕਾ 'ਚ ਬੁਲਾਵੇ, ਮੈਂ ਅਮਰੀਕਾ 'ਚ ਸਕਿੰਟ 'ਚ ਪਹੁੰਚ ਜਾਵਾਂ। ਸਿੱਧ ਹੋਵਾਂ, ਸਿੱਧ ਲਾਈ ਰਿੱਧ ਆਖਾਂ ਆਵੋ। ਕਹਿੰਦੇ ਇਸ ਤਰ੍ਹਾਂ ਕੋਈ ਇਹ ਜਿਹੀ ਮੈਨੂੰ ਤਾਕਤ ਆ ਜਾਵੇ, ਉੱਡ ਕੇ ਜਿੱਥੇ ਮਰਜ਼ੀ ਜਾਵਾਂ, ਮੈਂ ਉਹਦੇ ਕੋਲ ਚਲੇ ਜਾਵਾਂ, ਜਾਂ ਦੂਜਿਆਂ ਨੂੰ ਮੈਂ ਉਹਦੇ ਕੋਲੇ ਬੁਲਾ ਲਵਾਂ। ਗੁਪਤ ਪ੍ਰਗਟ ਹੋਏ, ਮੈਂ ਬੈਠਾ ਬੈਠਾ ਗੁਪਤ ਹੋ ਜਾਵਾਂ, ਤੇ ਜਾ ਕੇ ਇੱਥੇ ਕੈਨੇਡਾ 'ਚ ਪ੍ਰਗਟ ਹੋ ਜਾਵਾਂ। ਇਹ ਜਿਹੀ ਕੋਈ ਸ਼ਕਤੀ ਆ ਜਾਏ, ਉਹ ਵੀ ਨਹੀਂ ਚਾਹੀਦੀ ਮੈਨੂੰ। ਲੋਕ ਰਾਖੇ ਪਾਓ ਤੇ ਲੋਕ ਮੇਰੇ ਮਗਰ ਹੋਣ, ਲੋਕ ਮੇਰੀ ਵਾਹ ਵਾਹ ਕਰਨ ਵੀ ਬੜਾ ਵੱਡਾ ਬਾਬਾ ਹੈ, ਤਾਂ ਵੀ ਕਹਿੰਦੇ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਇਹ ਚੀਜ਼ਾਂ ਵੀ ਮੈਨੂੰ ਤੈਨੂੰ ਭੁਲਾ ਦੇਣਗੀਆਂ, ਮੈਨੂੰ ਰਿਧੀਆਂ ਸਿੱਧੀਆਂ ਦੇਣੀਆਂ ਦੇ ਦੇ, ਪਰ ਇਹਨਾਂ ਨੂੰ ਵੇਖ ਕੇ ਮੈਂ ਤੈਨੂੰ ਨਾ ਭੁੱਲ ਜਾਵਾਂ। ਇਹਨਾਂ 'ਚ ਉਲਝ ਕੇ ਮੈਨੂੰ ਇਹੀ ਚੇਤੇ ਨਾ ਰਹਿ ਜਾਣ, ਕਿਤੇ ਤੂੰ ਚੇਤੇ ਤੋਂ ਬਾਹਰ ਨਾ ਹੋ ਜਾਵੇਂ। ਮਤ ਦੇਖ ਭੁੱਲਾਂ ਵਿਸਰੇ, ਤੇਰਾ ਚੀਤ ਨਾ ਆਵੇ ਨਾਉ। ਕਹਿੰਦੇ ਮੈਨੂੰ ਬਸ ਤੇਰਾ ਨਾਮ ਨਾ ਭੁੱਲੇ, ਤੂੰ ਹਮੇਸ਼ਾ ਮੇਰੇ ਚਿੱਤ 'ਚ ਆਉਂਦਾ ਰਵੇ, ਚਾਹੇ ਰਿਧੀਆਂ ਦੇ ਦੇ, ਸਿੱਧੀਆਂ ਦੇ ਦੇ, ਅਮੀਰੀ ਦੇ ਦੇ, ਕੁਛ ਦੇ ਦੇ, ਫਿਰ ਤਾਂ ਠੀਕ ਹੈ, ਨਹੀਂ ਤਾਂ ਮੈਨੂੰ ਨਹੀਂ ਚਾਹੀਦੀਆਂ ਇਹ। ਕਹਿੰਦੇ ਕਿਉਂ ਨਹੀਂ ਚਾਹੀਦੀਆਂ? ਕਹਿੰਦੇ ਮੈਨੂੰ ਗੁਰੂ ਨੇ ਦੱਸ ਦਿੱਤਾ। ਫਿਰ ਲਾਸਟ ਦੇ ਵਿੱਚ ਕਹਿੰਦੇ ਹੋਰ ਮੈਂ ਰਾਜਾ ਬਣ ਜਾਵਾਂ, ਸੁਲਤਾਨ ਹੋਵਾਂ ਮੇਲ, ਲਸਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੇ, ਤੇਰਾ ਚੀਤ ਨਾ ਆਵੇ ਨਾਉ। ਕਹਿੰਦੇ ਮੈਨੂੰ ਐਡਾ ਵੱਡਾ ਬਾਦਸ਼ਾਹ ਬਣਾ ਦੇ, ਸੁਲਤਾਨ ਬਣਾ ਦੇ, ਸਾਰੇ ਸੰਸਾਰ ਦਾ ਰਾਜਾ ਬਣਾ ਦੇ ਪਾਵਾਂ, ਸਾਰੇ ਦੇਸ਼ਾਂ ਦਾ ਰਾਜਾ ਬਣ ਜਾਵਾਂ ਮੈਂ, ਤੇ ਮੇਰੀ ਫੌਜ ਵੀ ਬੜੀ ਤਗੜੀ ਹੋਵੇ, ਇਹੋ ਜਿਹਾ ਬਾਦਸ਼ਾਹ ਬਣ ਜਾਵਾਂ, ਸਾਰੀ ਅਮਰੀਕਾ ਚੀਨ ਦੀ ਫੌਜ ਮੇਰੀ ਹੋ ਜਾਵੇ। ਐਡੀਆਂ ਵੱਡੀਆਂ ਫੌਜਾਂ ਕਰਨਾ, ਤੇ ਉੱਤੇ ਤਖਤ ਦੇ ਉੱਤੇ ਮੈਂ ਪੈਰ ਫਸਾਰ ਕੇ ਬੈਠਾ, ਦੁਨੀਆ ਦੀ ਹਕੂਮਤ ਵੀ ਮੈਨੂੰ ਮਿਲ ਜਾਵੇ ਪਾਵਾਂ, ਪਰ ਤੈਥੋਂ ਬਿਨਾਂ ਫਿਰ ਵੀ ਨਹੀਂ ਸਰਨਾ ਮੇਰਾ। ਜੇ ਤੂੰ ਨਹੀਂ ਹੈ ਤਾਂ ਮੈਨੂੰ ਉਹ ਵੀ ਨਹੀਂ ਫਿੱਟ ਮੇਰੇ। ਹੁਕਮ ਹਾਸਲ ਕਰੀ ਬੈਠਾ, ਮੈਂ ਉਸ ਤਖਤ ਤੇ ਬੈਠਾ ਹੁਕਮ ਚਲਾ ਰਿਹਾ ਹੋਵਾਂ, ਲੋਕ ਵਾਹ ਵਾਹ ਕਰਨ, ਮੇਰਾ ਹੁਕਮ ਚੱਲਦਾ ਹੋਵੇ। ਨਾਨਕਾ ਸਭ ਵਾਓ, ਪਰ ਮੇਰੇ ਵਾਸਤੇ ਵਿਅਰਥ ਹੈ ਜੇ ਮੈਂ ਤੈਨੂੰ ਭੁੱਲ ਜਾਵਾਂ। ਮੈਨੂੰ ਇਹ ਵੀ ਨਹੀਂ ਚਾਹੀਦੇ ਜੇ ਤੂੰ ਨਹੀਂ ਹੈ ਤਾਂ। ਮੈਂ ਇਹਨਾਂ ਨੂੰ ਐਡੀ ਵੱਡੀ ਬਾਦਸ਼ਾਹੀ ਨੂੰ ਦੇਖ ਕੇ ਕਿਤੇ ਤੈਨੂੰ ਭੁੱਲ ਜਾਵਾਂ, ਵਿਸਰ ਜਾਵਾਂ, ਕਦੇ ਤੂੰ ਨਾ ਚੇਤੇ ਆਵੇਂ, ਮੈਨੂੰ ਨਹੀਂ ਚਾਹੀਦੀਆਂ, ਲੈ ਜਾ ਵਾਪਸ ਆਵਦੀਆਂ। ਹੁਣ ਗੁਰੂ ਦੇ ਸਿੱਖ ਕੀ ਹੁੰਦੇ ਸੀਗੇ? ਰਾਜ ਵੀ ਕਰਦੇ ਸੀਗੇ, ਪਰ ਪਰਮਾਤਮਾ ਨਾਲ ਨਹੀਂ ਟੁੱਟਦੇ ਸੀ, ਗੁਰਬਾਣੀ ਅਨੁਸਾਰ ਚੱਲਦੇ ਸੀ। ਮਹਾਰਾਜਾ ਰਣਜੀਤ ਸਿੰਘ ਬਾਣੀ ਮੁਤਾਬਕ ਚੱਲਦਾ, ਜੇ ਗਲਤੀ ਕਰਦਾ ਉਹ ਕਹਿੰਦਾ ਆਹ ਬਾਦਸ਼ਾਹੀਆਂ ਮੇਰੇ ਵਾਸਤੇ ਕੋਈ ਚੀਜ਼ ਨਹੀਂ, ਮੈਨੂੰ ਭਾਵੇਂ ਕੋੜੇ ਦਿਓ, ਬੰਨੋ ਮੈਨੂੰ, ਪਰ ਪਰਮਾਤਮਾ ਦਾ ਨਾਮ ਜ਼ਰੂਰ ਚਾਹੀਦਾ। ਮੈਨੂੰ ਗੁਰੂ ਨਾਲ ਚੱਲਣਾ ਬਹੁਤ ਜ਼ਰੂਰੀ ਹੈ। ਮੈਨੂੰ ਗੁਰੂ ਨੇ ਕਿਹਾ ਇਹ ਪਾਤਸ਼ਾਹੀਆਂ ਤਾਂ ਕੁਛ ਦਿਨਾਂ ਦੀਆਂ, ਸਦਾ ਰਹਿਣ ਵਾਲਾ ਤਾਂ ਸਾਡੇ ਕੋਲੇ ਨਾਮ ਹੈ। ਨਾਮ ਤੋਂ ਬਿਨਾਂ ਸਾਨੂੰ ਕੋਈ ਚੀਜ਼ ਐਕਸੈਪਟ ਨਹੀਂ ਹੋਣੀ ਚਾਹੀਦੀ, ਨਾਮ ਤੋਂ ਬਿਨਾਂ ਕੋਈ ਮਨਜ਼ੂਰ ਨਹੀਂ ਹੋਣਾ ਚਾਹੀਦਾ। ਅਸੀਂ ਕੀ ਮੰਗਣਾ ਹੈ? ਦੇ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਉਤਾਰਨ ਵਾਲਾ ਸੌਦਾ ਲੈਣਾ ਹੈ,
ਮਨ ਦੀ ਭੁੱਖ ਵਧਾਉਣ ਵਾਲਾ ਸੌਦਾ ਅਸੀਂ ਕਬੂਲ ਨਹੀਂ ਕਰਨਾ, ਕਿਉਂਕਿ ਗੁਰੂ ਸਮਝਾਉਂਦਾ ਹੀ ਹੈ। ਗੁਰੂ ਸਾਹਿਬ ਕੀ ਕਹਿੰਦੇ, ਤੁਧ ਬਾਜ ਹੋਰ ਜੇ ਕੁਛ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਐ, ਉਤਰੇ ਮਨ ਕੀ ਭੁੱਖ। ਕਹਿੰਦੇ ਬਸ ਮੈਨੂੰ ਤਾਂ ਉਹਦਾ ਨਾਮ ਦੇ ਦੇ, ਮੇਰੇ ਮਨ ਦੀ ਭੁੱਖ ਹੀ ਲੈ ਜਾਵੇ। ਮੈਨੂੰ ਇਹ ਦੁਨੀਆ ਦੀਆਂ ਚੀਜ਼ਾਂ ਨਹੀਂ ਚਾਹੀਦੀਆਂ। ਮੈਨੂੰ ਪਤਾ ਹੈ ਜੇ ਤੂੰ ਨਾਲ ਹੈ ਤਾਂ ਸਾਰੀ ਦੁਨੀਆ ਮੇਰੇ ਨਾਲ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਜੋ ਤੂੰ ਮੇਰੇ ਨਾਲ ਹੈ ਫਿਰ ਮੈਨੂੰ ਕੋਈ ਪਰਵਾਹ ਨਹੀਂ, ਮੇਰਾ ਕੋਈ ਵਿਗਾੜ ਨਹੀਂ ਸਕਦਾ। ਮੈਨੂੰ ਕਿਸੇ ਦੀ ਮਸ਼ੰਦਗੀ ਮਿਹਨਤ ਤਰਲਾ ਕਰਨ ਦੀ ਲੋੜ ਨਹੀਂ ਜਦੋਂ ਤੂੰ ਹੈ। ਇਸ ਤਰ੍ਹਾਂ ਫਿਰ ਗੁਰੂ ਸਾਹਿਬ ਇਹ ਪਹਿਲੇ ਸ਼ਬਦ ਦੇ ਵਿੱਚ ਬੜਾ ਵਧੀਆ ਚੀਜ਼ ਸਮਝਾਈ ਹੈ। ਭਾਈ ਦੁਨੀਆ ਦੀ ਅਮੀਰੀਆਂ ਕੁਛ ਘੰਟਿਆਂ ਦੀਆਂ ਹੋ ਸਕਦੀਆਂ, ਦਿਨਾਂ ਦੀਆਂ ਹੋ ਸਕਦੀਆਂ, ਮਹੀਨੇ ਦੀਆਂ ਹੋ ਸਕਦੀਆਂ, ਸਾਲ ਦੀਆਂ ਹੋ ਸਕਦੀਆਂ, ਪਰ ਨਾਮ ਦੀ ਖੁਮਾਰੀ ਹੈ ਚੜ੍ਹਦੀ ਰਹਿੰਦੀ ਹੈ, ਹੋਰ ਵੱਧਦੀ ਜਾਂਦੀ ਹੈ, ਕਦੇ ਖਤਮ ਨਹੀਂ ਹੁੰਦੀ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਇਹ ਸਦਾ ਵਿਗਾਸ 'ਚ ਰਹਿੰਦਾ, ਸਦਾ ਪਾਤਸ਼ਾਹ ਦਾ ਪਾਤਸ਼ਾਹ ਬਣ ਕੇ ਰਹਿੰਦਾ, ਜਿਹੜਾ ਉਸ ਪਰਮਾਤਮਾ ਨਾਲ ਜੁੜਿਆ ਰਹਿੰਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੁਨੀਆ ਦਾ ਰਾਜਾ ਤਾਂ ਇੱਕ ਬਣੂਗਾ, ਪਰ ਗੁਰੂ ਸਾਨੂੰ ਸਾਰਿਆਂ ਨੂੰ ਰਾਜਾ ਬਣਾ ਦਿੰਦੇ। ਰਾਜਾ ਵੀ ਇਹੋ ਜਿਹਾ ਜਿਹਨੂੰ ਕੋਈ ਖੋ ਨਹੀਂ ਸਕਦਾ ਰਾਜ ਉਹਦੇ ਤੋਂ, ਇਹ ਜਿਹਾ ਰਾਜ ਦਿੰਦੇ ਆ। ਕਰੋੜਾਂ ਰਾਜਾਂ 'ਚ ਉਹ ਜਿਹਾ ਸੁੱਖ ਨਹੀਂ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਕੇ ਸਾਨੂੰ ਰਾਜ ਮਿਲਣਾ ਹੈ। ਮਨ ਨੂੰ ਸ਼ਾਂਤ ਹੋਣ ਦਾ, ਮਨ 'ਚ ਪੰਜ ਕਾਬੂ ਹੋਣੇ ਹੈ, ਉਹ ਇੱਕ ਰਾਜ ਮਿਲਣਾ, ਉਹ ਬੜਾ ਵੱਖਰਾ ਰਾਜ ਹੈ। ਇਸ ਕਰਕੇ ਸ਼ਬਦ ਦੇ ਵਿੱਚ ਬੜਾ ਕੁਝ ਸਮਝਾਇਆ। ਇਹਨੂੰ ਚੰਗੀ ਤਰ੍ਹਾਂ ਸਮਝੀਏ, ਇਹ 'ਤੇ ਵਿਚਾਰ ਕਰੀਏ। ਇਹ ਮੰਗ ਹੋਣੀ ਚਾਹੀਦੀ ਹੈ ਵੀ ਬਸ ਤੂੰ ਨਾ ਵਿਸਰੇ, ਤੂੰ ਨਾ ਮੇਰੇ ਚਿੱਤ ਦੇ ਵਿੱਚੋਂ ਨਿਕਲ ਜਾਵੇਂ, ਤੇਰਾ ਨਾਮ ਮੈਨੂੰ 24 ਘੰਟੇ ਚੇਤੇ ਆਉਣਾ ਚਾਹੀਦਾ ਹੈ। ਇਹ ਨਾ ਹੋਵੇ ਕਿਤੇ ਦੁਨੀਆ ਦਾ ਧਨ ਦੌਲਤ ਮੈਨੂੰ ਤੇਰੇ ਨਾਲੋਂ ਵਿਛੋੜ ਦੇਵੇ, ਤੈਨੂੰ ਭੁਲਾ ਦੇਵੇ। ਜੇ ਤੂੰ ਭੁੱਲਦਾ ਤਾਂ ਮੇਰੇ ਤੋਂ ਦਾ ਧਨ ਲੈ ਲਾ, ਉਹਦਾ ਵਾਪਸ ਲੈ ਲਾ, ਪਰ ਤੂੰ ਨਾ ਭੁੱਲ, ਤੂੰ ਚਾਹੀਦਾ ਹੈ। ਸਭ ਤੋਂ ਪਹਿਲਾਂ ਮੰਗ ਸਾਡੀ ਕੀ, ਉਹ ਪਰਮਾਤਮਾ ਦਾ ਪਿਆਰ, ਉਹਦਾ ਨਾਮ ਚਾਹੀਦਾ। ਜਿਹਦੇ ਕੋਲ ਉਹ ਨਾਮ ਆ ਗਿਆ ਉਹ ਦੁਨੀਆ ਦਾ ਸੁਖੀ ਬੰਦਾ ਹੈਗਾ। ਸਭ ਤੋਂ ਅਮੀਰ ਬੰਦਾ ਉਹ ਹੈ ਜਿਹਨੂੰ ਉਹ ਪਰਮਾਤਮਾ ਚੇਤੇ ਰਹਿੰਦਾ ਹਰ ਵੇਲੇ। ਚੀਤ ਆਵੇ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਹ। ਜਦੋਂ ਪਾਰ ਬ੍ਰਹਮ ਭੁੱਲ ਜਾਂਦਾ ਤਾਂ ਫਿਰ ਤੱਤੀ ਵਾਹ ਫਿਰ ਲੱਗਦੀ ਹੈ। ਤਪਤ ਕੜਾਹਾ ਫਿਰ ਚੱਲਦਾ ਰਹਿੰਦਾ, ਤਪ ਦੇ ਕੜਾਏ ਛੱਡਦੇ ਰਹਿੰਦੇ ਆ। ਪਰ ਗੁਰੂ ਆ ਕੇ ਫਿਰ ਤਪ ਦਾ ਕੜਾਇਆ ਨੂੰ ਠੰਡਾ ਕਰ ਦਿੰਦਾ ਹੈ, ਬੁਝਾ ਦਿੰਦਾ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਬਾਣੀ ਨੇ ਸੀਤਲ ਨਾਮ ਦੇਣਾ ਹੈ। ਅੱਜ ਅਸੀਂ ਤਪ ਦੇ ਕੜਾਏ ਦੇ ਵਿੱਚ ਸੜ ਰਹੇ ਹਾਂ, ਸਾਰੇ ਦੇ ਸਾਰੇ। ਅਮੀਰ ਤੋਂ ਅਮੀਰ ਵੀ ਗਰੀਬ ਨਾਲੋਂ ਦੁਖੀ ਹੁੰਦਾ ਹੈ, ਕਿਉਂਕਿ ਅੰਦਰ ਸੜ ਰਿਹਾ। ਪਰ ਪਰਮਾਤਮਾ ਨੂੰ ਚੇਤੇ ਕਰਕੇ ਸੁਖੀ ਹੋ ਸਕਦੇ ਆ। ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕੇ ਸਦਕਾ ਸਰਵ ਸੁਖ ਹੋਏ। ਤੇ ਵਾਹਿਗੁਰੂ ਨੂੰ ਤਾਂ ਸਾਰੇ ਹੀ ਚੇਤੇ ਕਰ ਸਕਦੇ ਆ। ਵਾਹਿਗੁਰੂ ਚੇਤੇ ਕਰਨ ਤੇ ਕੋਈ ਨਹੀਂ ਰੋਕਦਾ। ਜਿਹਨੂੰ ਚੇਤੇ ਆ ਗਿਆ ਸੁਖੀ ਹੋ ਜਾਂਦਾ ਹੈ। ਇਹ ਸ਼ਬਦ ਦੇ ਵਿੱਚ ਸਾਨੂੰ ਪਰਮਾਤਮਾ ਨੂੰ ਚੇਤੇ ਕਰਨਾ ਸਿਖਾਇਆ। ਇਹ ਸ਼ਬਦ ਅਸੀਂ ਪਹਿਲਾ ਸ਼ਬਦ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਬਾਣੀ ਦਾ ਫਸਟ ਸ਼ਬਦ ਹੈ। ਪਹਿਲਾ ਸ਼ਬਦ ਜਿਹਨੂੰ ਸਮਝ ਆ ਗਿਆ, ਸਾਰਾ ਗੁਰੂ ਗ੍ਰੰਥ ਸਾਹਿਬ ਉਹਨੂੰ ਸਮਝਾ ਸਕਦਾ। ਵਾਕਿਆ ਹੀ ਨਾਮ ਦੀ ਇੰਨੀ ਪਾਵਰ ਹੈ। ਅੱਗੇ ਦੂਸਰਾ ਸ਼ਬਦ ਹੈ ਜੀ, ਕੋਈ ਅਵਰ ਨ ਤੇਰੀ